ਸੋ ਦੀਪ ਸਿੱਧੂ ਤੇ ਮੁੜ ਕੇ ਸਿੱਧੂ ਮੂਸੇਵਾਲਾ ਜਿਹੜੇ ਦੇਖਣ ਨੂੰ ਕਿਤੇ ਵੀ ਸਿੱਖ ਨਹੀਂ ਲੱਗਦੇ। ਆਹ ਤਾਂ ਪਹਿਲੀ ਵਾਰ ਹੋਇਆ ਵੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਸਿੱਖ ਜਰਨੈਲ ਅਗਵਾਈ ਕਰ ਰਹੇ। ਤੁਹਾਨੂੰ ਇੱਥੇ ਸਾਰਿਆਂ ਨੂੰ ਪਤਾ ਦੀਪ ਸਿੱਧੂ ਨੂੰ ਕਿੰਨਾ ਲੋਕਾਂ ਨੇ ਕਿਹਾ ਇਹ ਗਦਾਰ ਹੈ, ਇਹ ਦੁਸ਼ਮਣ ਹੈ, ਇਹਨੇ ਢਾਹ ਲਾਤੀ, ਇਹਨੇ ਨੁਕਸਾਨ ਕਰਵਾਤਾ, ਭੱਠਾ ਬਿਠਾਤਾ ਸੰਘਰਸ਼ ਦਾ, ਨਿਸ਼ਾਨ ਸਾਹਿਬ ਚਲਾ ਕੇ ਭੱਠਾ ਬਿਠਾਤਾ। ਬਹੁਤ ਸ਼ਰੇਆਮ ਬਹਿਸਾਂ ਕਰਦੇ ਸੀ ਮੇਰੇ ਨਾਲ ਬੰਦੇ ਦੀ। ਗਲਤੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸੀ। 18ਵੀਂ ਸਦੀ 'ਚ ਸਿੱਖ ਸੰਘਰਸ਼ ਲੜਦੇ ਸੀ, ਉੱਥੇ ਵੀ ਕੁਰਬਾਨੀਆਂ ਹੁੰਦੀਆਂ ਸੀ, ਉੱਥੇ ਵੀ ਜ਼ੁਲਮ ਹੁੰਦੇ ਸੀ, ਲਹੂ ਡੁੱਲਦਾ ਸੀ। ਉਸ ਸੰਘਰਸ਼ ਬਾਰੇ ਕੌਮ ਦੇ ਅੰਦਰ ਕਦੇ ਕੋਈ ਭੁਲੇਖਾ ਭਰਮ ਭੁਲੇਖਾ ਨਹੀਂ ਸੀ। ਇੱਕ ਤਾਂ ਦਰਬਾਰ ਸਾਹਿਬ ਤੇ ਹਮਲਾ 18ਵੀਂ ਸਦੀ ਤੋਂ ਬਾਅਦ 20ਵੀਂ ਸਦੀ 'ਚ ਜਾ ਕੇ ਹੋਇਆ। ਉਹਨਾਂ ਨੂੰ ਇਹ ਸੀ ਕਿ ਬਿਲਡਿੰਗ ਢਾਹ ਦਿਓ, ਤਬਾਹ ਕਰ ਦਿਓ, ਆਪਦੇ ਸੋਮੇ ਨਾਲ ਤੋੜ ਦਿਓ ਇਹਨਾਂ ਨੂੰ, ਬਸ ਫਿਰ ਖਤਮ। ਉਦੋਂ ਵੀ ਅਬਦਾਲੀ ਨੇ ਜਦੋਂ ਬਿਲਕੁਲ ਨੀਹਾਂ ਦੇ ਵਿੱਚ ਬਰੂਦ ਭਰ ਕੇ ਸਾਰਾ ਦਰਬਾਰ ਸਾਹਿਬ ਨੂੰ ਮਲੀਆ ਮੇਟ ਕੀਤਾ, ਸਰੋਵਰ ਵੀ ਪੂਰਤਾ। ਆਪਾਂ ਨੂੰ ਪਤਾ ਵੱਡੇ ਘੱਲੂਘਾਰੇ 'ਚ ਅੱਧੀ ਕੌਮ ਇੱਕ ਦਿਹਾੜੀ 'ਚ ਖਤਮ ਕੀਤੀ। ਦਰਬਾਰ ਸਾਹਿਬ ਤੇ ਹਮਲਾ ਕੀਤਾ, ਢਾਇਆ। ਇੱਕ ਵੀ ਸਿੱਖ ਦੇ ਮਨ 'ਚ ਇਹ ਭਰਮ ਭੁਲੇਖਾ ਨਹੀਂ ਸੀ ਜਿਹਨੇ ਇਹ ਢਾਇਆ ਉਹਦੇ ਨਾਲ ਸਾਡਾ ਰਿਸ਼ਤਾ ਕੀ ਹੈ। ਜਦੋਂ 1984 'ਚ ਹਮਲਾ ਹੋਇਆ ਇਤਿਹਾਸ 'ਚ ਪਹਿਲੀ ਵਾਰ ਇਹ ਗੱਲ ਬਣੀ ਹੈ ਵੀ ਦੁਸ਼ਮਣ ਨੂੰ ਵੀ ਦੋਸਤ ਸਮਝਣ ਲੱਗ ਗਏ ਕੋਈ ਸਿੱਖ। ਸੋ ਉਹਨੇ ਜਿਹੜੀ ਹੁਣ ਭਾਜੀ ਪਾਈ ਹੈ ਉਹ ਮੋੜਨੀ ਹੈ, ਉਹਨੂੰ ਉਹਦੀ ਕੀਮਤ ਚੁਕਾਉਣੀ ਪੈਣੀ ਹੈ। ਪਾਕਿਸਤਾਨ ਬਾਰੇ ਵੀ ਇਹ ਗਲਤ ਸਾਡੇ ਪ੍ਰਭਾਵ ਬਣਿਆ ਹੋਇਆ ਕਿ ਬਹੁਤ ਮਦਦ ਕਰਦਾ ਸੀ। ਹਥਿਆਰ ਕੋਈ ਵੀ ਮੁਫਤ ਨਹੀਂ ਸੀ ਆਏ ਕਿਤੇ ਵੀ। ਮੰਨ ਲਵੋ ਇੰਦਰਾ ਗਾਂਧੀ ਨੇ ਜਨਰਲ ਬਰਾੜ ਨੂੰ ਇਹ ਗੱਲ ਕਹੀ ਹੁੰਦੀ ਕਿ ਹਿੰਦੂ ਧਰਮ ਖਤਰੇ 'ਚ ਹੈ, ਇਸ ਕਰਕੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਜ਼ਰੂਰੀ ਹੈ, ਉਹ ਮੰਨ ਜਾਂਦਾ। ਇਹ ਜੋ ਖਤਰਾ ਵੱਡਾ ਖੜਾ ਹੋ ਗਿਆ ਸੀ ਕਿ ਇਸੇ ਯਾਰ ਪੰਜਾਬ ਦੀ ਧਰਤੀ ਤੇ ਹੀ ਤਾਕਤ ਆ ਕੇ ਰਾਜ ਕਰਦੇ ਤੇ ਸਾਡੇ ਮਨਾਂ 'ਚੋਂ ਤਾਂ ਉਹਨਾਂ ਨੇ ਭੁਲਾ ਹੀ ਦੇਣਾ ਸੀ ਸਭ ਕੁਝ ਵੀ ਕਿਹੜਾ ਸੰਤ ਭਿੰਡਰਾਂ ਵਾਲਾ ਤੇ ਕਿਹੜਾ ਦਰਬਾਰ ਸਾਹਿਬ ਤੇ ਹਮਲਾ। ਗੱਲ ਸਕੂਲਾਂ ਦੀ ਕਰੋ, ਸਕੂਲ ਵਧੀਆ ਹੋਣ ਜੀ, ਡਿਸਪੈਂਸਰੀਆਂ ਖੋਲੋ ਜੀ, ਮਹੱਲੇ ਖੋਲ, ਮਹੱਲਿਆਂ ਦੇ ਵਿੱਚ ਕਲੀਨਿਕ ਖੋਲੋ। ਉਹ ਬਹੁਤ ਛੋਟੀਆਂ ਗੱਲਾਂ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਨੂੰ 45 ਮਿੰਟਾਂ ਵਾਸਤੇ ਬੋਲਣ ਦਾ ਹੁਕਮ ਹੋਇਆ। ਇੱਥੇ ਵੀ ਵਿਸ਼ੇ ਮਨ 'ਚ ਬਹੁਤ ਹੈ, ਕੌਮ ਦੇ ਸਾਹਮਣੇ ਜਿਹੜੇ ਮਸਲੇ ਆ ਜਿਨ੍ਹਾਂ ਬਾਰੇ ਚਰਚਾ ਹੋਣੀ ਚਾਹੀਦੀ ਹੈ, ਪਰ ਸਮੇਂ ਦੀ ਇੱਕ ਆਪਦੇ ਮਜਬੂਰੀ ਹੁੰਦੀ ਹੈ ਕਿ ਤੁਸੀਂ ਇੱਕੋ ਦਿਨੀ ਇੱਕੋ ਭਾਸ਼ਣ 'ਚ ਸਾਰੇ ਮਸਲੇ ਨਹੀਂ ਲੈ ਸਕਦੇ। ਸੋ ਅੱਜ ਮੈਂ ਜਿਹੜੇ ਮਸਲੇ ਬਾਰੇ ਗੱਲ ਕਰਨੀ ਤੁਹਾਡੇ ਨਾਲ ਲੱਗਦਾ ਕਿ ਲੋੜ ਹੈ। ਮੈਂ ਤੁਰਦਾ ਫਿਰਦਾ ਮਿਲਦਾ ਸੰਗਤ ਨੂੰ ਅੱਡ ਅੱਡ ਥਾਵਾਂ 'ਤੇ, ਖਾਸ ਕਰਕੇ ਪੰਜਾਬ 'ਚ ਪਿੰਡਾਂ ਦੇ ਲੋਕਾਂ ਤੋਂ ਲੈ ਕੇ ਪੜ੍ਹੇ ਲਿਖੇ ਵਿਦਵਾਨਾਂ ਤੱਕ ਹਰ ਕਿਸਮ ਦੇ ਵਰਗ ਨਾਲ ਮਿਲਣ ਦਾ ਮੌਕਾ, ਵਿਚਾਰਾਂ ਕਰਨ ਦਾ ਮੌਕਾ ਮਿਲਦਾ ਹੈ। ਉਹਦੇ ਵਿੱਚ ਜਿਹੜੀ ਮੈਨੂੰ ਲੱਗਦਾ ਹੈ ਕਿ ਸਾਡੇ ਸਾਹਮਣੇ ਅੱਜ ਇੱਕ ਸਮੱਸਿਆ ਆਉਂਦੀ ਹੈ ਅੱਜ ਦੇ ਜ਼ਮਾਨੇ 'ਚ, ਜਿਹੜੀ 18ਵੀਂ ਸਦੀ 'ਚ ਨਹੀਂ ਸੀ। 18ਵੀਂ ਸਦੀ 'ਚ ਸਿੱਖ ਸੰਘਰਸ਼ ਲੜਦੇ ਸੀ, ਉੱਥੇ ਵੀ ਕੁਰਬਾਨੀਆਂ ਹੁੰਦੀਆਂ ਸੀ, ਉੱਥੇ ਵੀ ਜ਼ੁਲਮ ਹੁੰਦੇ ਸੀ, ਲਹੂ ਡੁੱਲਦਾ ਸੀ। ਉਸ ਸੰਘਰਸ਼ ਬਾਰੇ ਕੌਮ ਦੇ ਅੰਦਰ ਕਦੇ ਕੋਈ ਭੁਲੇਖਾ ਭਰਮ ਭੁਲੇਖਾ ਨਹੀਂ ਸੀ। ਕੌਮ ਦੇ ਅੰਦਰ
ਦੁਸ਼ਮਣ ਜੋ ਮਰਜ਼ੀ ਉਹਨੂੰ ਸਮਝਦਾ ਹੋਵੇ। ਇਹ ਪਹਿਲੀ ਵਾਰ ਹੋਇਆ 20ਵੀਂ ਸਦੀ 'ਚ ਆ ਕੇ। ਇੱਕ ਤਾਂ ਦਰਬਾਰ ਸਾਹਿਬ 'ਤੇ ਹਮਲਾ 18ਵੀਂ ਸਦੀ ਤੋਂ ਬਾਅਦ 20ਵੀਂ ਸਦੀ 'ਚ ਜਾ ਕੇ ਹੋਇਆ। ਕਿੱਡਾ ਲੰਮਾ ਵਕਫਾ ਹੈ। ਤੇ ਦਰਬਾਰ ਸਾਹਿਬ 'ਤੇ ਹਮਲਾ ਕੋਈ ਆਮ ਘਟਨਾ ਤਾਂ ਹੈ ਹੀ ਨਹੀਂ। ਪਹਿਲਾਂ ਸੀ 18ਵੀਂ ਸਦੀ 'ਚ 25 ਸਾਲਾਂ ਦੇ ਵਕਫੇ 'ਚ 5 ਹਮਲੇ ਹੋਏ, ਪਰ ਉਹਦਾ ਸਾਡੇ ਕੋਲੇ ਇੱਕ ਤਰਕ ਸੀ ਕਿ ਬਗਾਨੇ ਸੀ, ਸਾਡੇ ਦੁਸ਼ਮਣ ਸੀ, ਉਹ ਰਾਜ ਕਰਦੇ ਸੀ, ਅਸੀਂ ਉਹਦੇ ਖਿਲਾਫ ਲੜਦੇ ਸੀ। ਉਹ ਫਿਰ ਉੱਤੇ ਉਹਨਾਂ ਨੂੰ ਗੁੱਸਾ ਚੜ੍ਹਦਾ ਸੀ ਅਤੇ ਉਹਨਾਂ ਨੂੰ ਜਿੱਥੋਂ ਫਿਰ ਲੱਗਦਾ ਸੀ ਕਿ ਇੱਥੋਂ ਸ਼ਕਤੀ ਲੈਂਦੇ ਆ ਵੀ ਉਹ ਸੋਮਾ ਹੀ ਤਬਾਹ ਕਰ ਦਿਓ। ਸੋ ਉਹ ਜਿਹੜੇ ਹਮਲੇ ਹੋਏ ਉਹ ਸੋਮੇ ਨੂੰ ਤਬਾਹ ਕਰਨ ਦੇ ਹੋਏ। ਪਰ ਉੱਥੇ ਦੁਸ਼ਮਣ ਨੇ ਇੱਕ ਭੁਲੇਖਾ ਖਾਧਾ ਕਿ ਉਹ ਜਿਹੜਾ ਸੋਮਾ ਹੈ ਉਹ ਇੱਟਾਂ ਤੇ ਚੂਨੇ ਤੱਕ ਸੀਮਤ ਨਹੀਂ ਵੀ ਉਹਨੂੰ ਮਲਬਾ ਕਰ ਦਿਓਗੇ ਤੇ ਸੋਮਾ ਖਤਮ ਹੋ ਜੂ। ਉਹ ਸੋਮੇ ਦਾ ਰਹੱਸ ਹੋਰ ਸੀ ਕੁਛ, ਜਿਹੜਾ ਉਹਦਾ ਇੱਕ ਆਤਮਕ ਰਹੱਸ ਹੈ। ਸਿੱਖਾਂ ਵਾਸਤੇ ਉਹਦਾ ਕੀ ਮਾਇਨੇ ਰੱਖਦਾ ਦਰਬਾਰ ਸਾਹਿਬ, ਉੱਥੇ ਜਾ ਕੇ ਸਿੱਖ ਦੇ ਵਿੱਚ ਤਬਦੀਲੀ ਕੀ ਆਉਂਦੀ ਹੈ, ਸਿੱਖ ਕੀ ਮਹਿਸੂਸ ਕਰਦਾ ਹੈ। ਉਹਨਾਂ ਨੂੰ ਇਹ ਸੀ ਕਿ ਬਿਲਡਿੰਗ ਢਾਹ ਦਿਓ, ਤਬਾਹ ਕਰ ਦਿਓ, ਆਪਦੇ ਸੋਮੇ ਨਾਲ ਤੋੜ ਦਿਓ ਇਹਨਾਂ ਨੂੰ, ਬਸ ਫਿਰ ਇਹ ਖਤਮ। ਸੋ ਉਹ ਢੰਗ ਉਹਨਾਂ ਨੇ ਅਜਮਾ ਕੇ ਦੇਖਿਆ ਸੀ। ਉਹ ਖਤਮ ਢਾਉਂਦੇ ਸੀ ਤੇ ਸਿੰਘ ਉਦੋਂ ਹੀ ਮੁੜ ਕੇ ਫਿਰ ਉਸਾਰਦੇ ਸੀ ਜੰਗ ਦੀ ਹਾਲਤ ਦੇ ਵਿੱਚ। ਸੋ ਉਦੋਂ ਇੱਕ ਫਰਕ ਸੀ ਕਿ ਉਦੋਂ ਵੀ ਅਬਦਾਲੀ ਨੇ ਜਦੋਂ ਬਿਲਕੁਲ ਨੀਹਾਂ ਦੇ ਵਿੱਚ ਬਰੂਦ ਭਰ ਕੇ ਸਾਰਾ ਦਰਬਾਰ ਸਾਹਿਬ ਨੂੰ ਮਲੀਆ ਮੇਟ ਕੀਤਾ, ਸਰੋਵਰ ਵੀ ਪੂਰਤਾ। ਇਹ ਫਰਵਰੀ ਦੀ ਗੱਲ ਹੈ। ਤੇ ਉਹਨੂੰ ਇਹ ਸੀ ਵੀ ਹੁਣ ਮੇਰੀ ਉਮਰ 'ਚ ਰਹਿੰਦੇ ਜਿੰਨਾ ਕੁ ਮੈਂ ਜਿਉਣਾ ਹੈ, ਮੁੜ ਕੇ ਜੁਰਤ ਨਹੀਂ ਕਰਨਗੇ ਇੱਥੇ ਇਕੱਠੇ ਹੋਣ ਦੀ, ਕਿਉਂਕਿ ਉਹਨੂੰ ਪਤਾ ਸੀ ਕਿ ਹਰ ਦੀਵਾਲੀ ਤੇ ਵਿਸਾਖੀ ਤੇ ਇੱਥੇ ਆਉਂਦੇ ਨੇ, ਇਕੱਠ ਹੁੰਦਾ, ਗੁਰਮਤੇ ਕਰਦੇ ਨੇ, ਪਤਾ ਨਹੀਂ ਕਿਹੋ ਜਿਹੀ ਇਹਨਾਂ 'ਚ ਸ਼ਕਤੀ ਭਰੀ ਜਾਂਦੀ ਆ, ਉਹ ਫੇਰ ਜੰਗ ਲਈ ਤਿਆਰ ਹੋ ਜਾਂਦੇ ਆ, ਜਿੰਨੇ ਮਰਜ਼ੀ ਮਾਰ ਲਓ। ਤੇ ਉਹ ਬੜਾ ਸੰਤੁਸ਼ਟ ਹੋ ਗਿਆ ਵੀ ਹੁਣ ਨਹੀਂ, ਇਸ ਤੋਂ ਬਾਅਦ ਨਹੀਂ। ਇੱਕ ਤਾਂ ਬੰਦੇ ਮਤਲਬ ਜਿਹੜੇ ਆਪਾਂ ਨੂੰ ਪਤਾ ਵੱਡੇ ਘੱਲੂਘਾਰੇ 'ਚ ਅੱਧੀ ਕੌਮ ਇੱਕ ਦਿਹਾੜੀ 'ਚ ਖਤਮ ਕੀਤੀ। ਉਸ ਮੌਕੇ ਜਿੰਨੀ ਕੁ ਗਿਣਤੀ ਸੀ ਸਿੱਖਾਂ ਦੀ, ਕਸੂਤੇ ਘਿਰ ਗਏ ਤੇ ਜਿਹਦੇ ਵਿੱਚ ਉਹਨੇ ਫਿਰ ਉਹ ਸਾਰੇ ਵੱਡੀ ਪੱਧਰ ਤੇ ਕਤਲੇਆਮ ਕੀਤਾ। ਜਿਹੜੇ ਬਚੇ ਕੋਈ ਸਿੰਘ ਜਿਹਾ ਨਹੀਂ ਸੀ ਜਿਹਦੇ ਜ਼ਖਮਾਂ ਤੇ ਨਾ ਹੋਣ ਸਰੀਰ ਤੇ। ਕਹਿੰਦੇ ਨੇ ਜੱਸਾ ਸਿੰਘ ਆਹਲੂਵਾਲੀਏ ਦੇ 80 ਜ਼ਖਮ ਸੀਗੇ। ਇਹ ਫਰਵਰੀ ਦੀ ਗੱਲ ਹੈ। ਦੀਵਾਲੀ ਆ ਗਈ, ਉਸ ਮੌਕੇ ਸ਼ਾਇਦ ਅਕਤੂਬਰ ਦੇ ਵਿੱਚ ਆਈ ਸੀ ਦੀਵਾਲੀ, ਤੇ ਅਜੇ 6-7 ਮਹੀਨੇ ਹੋਏ ਸੀ। ਤੇ ਇੰਨੇ ਚਿਰ 'ਚ ਅਜੇ ਉਹਨਾਂ ਦੇ ਪੂਰੇ ਜ਼ਖਮ ਵੀ ਠੀਕ ਨਹੀਂ ਹੋਏ ਸੀ। ਤੇ ਜਿਹੜਾ ਅਬਦਾਲੀ ਸੋਚਦਾ ਸੀ ਕਿ ਹੁਣ ਮੇਰੇ ਜਿਉਂਦੇ ਜੀ ਜੁਰਤ ਨਹੀਂ ਕਰਨਗੇ ਇੱਥੇ ਇਕੱਠੇ ਹੋਣ ਦੀ, ਮੁੜ ਕੇ ਉਸਾਰਨਾ ਤਾਂ ਛੱਡੋ ਪਰੇ। ਉਹ ਇਤਿਹਾਸਕਾਰ ਦੱਸਦੇ ਨੇ ਉਸ ਦੀਵਾਲੀ ਤੇ ਇਤਿਹਾਸ ਦਾ ਸਭ ਤੋਂ ਵੱਡਾ ਇਕੱਠ ਹੋਇਆ ਸੀ। ਜਿਹੜਾ ਵੀ ਸਿੱਖ ਤੁਰ ਫਿਰ ਸਕਦਾ ਸੀ ਉਹ ਘਰ ਨਹੀਂ ਸੀ ਰਿਹਾ। ਉਹ ਸਾਰੀ ਦਹਿਸ਼ਤ ਦੇ ਬਾਵਜੂਦ ਉਦੋਂ ਸਿੱਖਾਂ ਦੇ ਵਿੱਚ ਇਹ ਜਜ਼ਬਾ ਸੀ, ਇਹ ਸਪਿਰਿਟ ਸੀ। ਸੋ ਦੁਸ਼ਮਣ ਨੇ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਢਾਇਆ,
ਇੱਕ ਵੀ ਸਿੱਖ ਦੇ ਮਨ 'ਚ ਇਹ ਭਰਮ ਭੁਲੇਖਾ ਨਹੀਂ ਸੀ ਜਿਹਨੇ ਇਹ ਢਾਇਆ ਉਹਦੇ ਨਾਲ ਸਾਡਾ ਰਿਸ਼ਤਾ ਕੀ ਹੈ, ਵੀ ਉਹ ਸਾਡਾ ਨਹੀਂ, ਉਹ ਗੈਰ ਹੈ, ਉਹ ਦੁਸ਼ਮਣ ਹੈ ਸਾਡਾ, ਸਾਡਾ ਦੋਸਤ ਨਹੀਂ। ਉਸ ਮੌਕੇ ਅਬਦਾਲੀ ਲਾਹੌਰ 'ਚ ਹੀ ਬੈਠਾ ਸੀ ਜਦੋਂ ਇਹ ਦੀਵਾਲੀ ਮੌਕੇ ਵੱਡਾ ਇਕੱਠ ਹੋਇਆ। ਉਹਦੀ ਆਤਮਾ ਕੰਬ ਗਈ ਸੀ ਵੀ ਫੇਰ ਐਡੀ ਜ਼ੁਰਤ। ਮੈਂ ਤਾਂ ਕਹਿੰਦਾ ਸੀ ਮੇਰੇ ਜਿਉਂਦੇ ਜੀ ਮੁੜ ਕੇ ਇਕੱਠੇ ਨਹੀਂ ਹੋਣਗੇ। ਫਿਰ ਉਹ ਅੰਦਰੋਂ ਹਾਰ ਗਿਆ, ਮਾਨਸਿਕ ਬਲ ਟੁੱਟ ਗਿਆ ਉਹਦਾ। ਫਿਰ ਉਹਨੇ ਕਿਹਾ ਵੀ ਹੁਣ ਜੰਗ ਰਹਿਣ ਦੀਏ, ਇਹਨਾਂ ਨਾਲ ਹੁਣ ਸਮਝੌਤਾ ਕਰ ਲਈਏ ਕੋਈ, ਜਿੰਨਾ ਕਿ ਰਾਜ ਜਾਂ ਚਾਹੁੰਦੇ ਨੇ ਉਹਨਾਂ ਕਿ ਇਹਨਾਂ ਨੂੰ ਦੇ ਕੇ ਬਰਿਆ ਦਿੱਤਾ ਜਾਵੇ ਤੇ ਬਾਕੀ ਮੇਰਾ ਸਾਰਾ ਰਾਜ ਠੀਕ ਰਹਿ ਜਾਊਗਾ। ਸੋ ਉਹਨੇ ਪੇਸ਼ਕਸ਼ ਭੇਜੀ ਸੀ, ਤੋਹਫਿਆਂ ਸਮੇਤ ਆਪਦਾ ਬੰਦਾ ਭੇਜਿਆ ਸੀ, ਸਮਝੌਤੇ ਦੀ ਪੇਸ਼ਕਸ਼ ਵੀ ਆਓ ਆਪਾਂ ਬਹਿ ਕੇ ਗੱਲ ਕਰੀਏ ਤੇ ਨਿਬੇੜੀਏ, ਸਮਝੌਤਾ ਕਰ ਲਈਏ, ਜੰਗ ਛੱਡ ਦਈਏ। ਉਦੋਂ ਪਤਾ ਸਿੰਘਾਂ ਨੇ ਕੀ ਜਵਾਬ ਦਿੱਤਾ ਸੀ। ਸਾਰੇ ਉੱਥੇ ਜਰਨੈਲ ਇਕੱਠੇ ਹੋਏ ਸੀਗੇ, ਸਾਰੀਆਂ ਮਿਸਲਾਂ ਦੇ। ਉਹ ਜਦੋਂ ਉਹਨਾਂ ਨੇ ਪੜ੍ਹੀ ਚਿੱਠੀ, ਪੜ੍ਹ ਕੇ ਉਹਨਾਂ ਨੇ ਕਿਹਾ ਵੀ ਮਲਬੇ ਤੇ ਖੜ ਕੇ ਨਹੀਂ, ਜਿਹੜੇ ਸਮਝੌਤੇ ਹੁੰਦੇ ਨੇ ਉਹ ਮਲਬੇ ਤੇ ਖੜ ਕੇ ਨਹੀਂ, ਮਲਬੇ ਤੇ ਖੜ ਕੇ ਜੰਗ ਹੀ ਹੋ ਸਕਦੀ। ਅਸੀਂ ਜੰਗ ਵਾਸਤੇ ਤਿਆਰ ਹਾਂ। ਉਹਨੂੰ ਕਿਹਾ ਚਿੱਠੀ ਵਾਪਸ ਲੈ ਜਾ, ਸਾਰੇ ਤੋਹਫੇ ਵਾਪਸ ਲੈ ਜਾ। ਇਹ ਜਜ਼ਬਾ ਸੀ, ਇਹ ਸੋਚ ਸੀ। ਇੱਕ ਵੀ ਸਿੱਖ ਦੇ ਮਨ 'ਚ ਇਹਦੇ ਬਾਰੇ ਕੋਈ ਭਰਮ ਨਹੀਂ ਪੈਦਾ ਹੋਇਆ, ਭੁਲੇਖਾ ਨਹੀਂ ਪੈਦਾ ਹੋਇਆ ਵੀ ਅਸੀਂ ਠੀਕ ਕੀਤਾ ਜਾਂ ਗਲਤ ਕੀਤਾ। ਆਹ ਪੱਧਰ ਸੀਗਾ, ਸਿੱਖ ਦੀ ਸੁਰਤ ਕਿੰਨੀ ਉੱਚੀ ਸੀ ਉਦੋਂ। ਜਿਹੜੇ ਸਿੱਖੀ ਵਰਕੀਰ ਨੇ ਜੇ ਪਾਉਣ ਲੱਗ ਜਾਂਦੇ, ਬਹੁਤ ਨੁਕਸਾਨ ਹੋ ਗਿਆ ਜੀ, ਬਹੁਤ ਨੁਕਸਾਨ ਹੋ ਗਿਆ। ਮਤਲਬ ਸ਼ਹਾਦਤਾਂ ਨੂੰ ਵੀ ਨੁਕਸਾਨ ਕਹਿਣ ਲੱਗ ਗਏ ਸੀ। ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਸ਼ਹੀਦ ਆ, ਤੁਸੀਂ ਉਹਨਾਂ ਦੀ ਸਪੀਚ ਸੁਣੀ ਹੋਣੀ ਹੈ ਕਿ ਸਭ ਤੋਂ ਵੱਡੀ ਦਾਤ ਗੁਰੂ ਤੋਂ ਸਾਨੂੰ ਕੀ ਦੇ ਸਕਦਾ ਭਲਾ, ਵੀ ਤੁਸੀਂ ਪੁੱਤ ਦੀ ਮੰਗਦੇ ਹੋ ਜਾਂ ਹੋਰ ਮੰਗਦੇ ਹੋ, ਉਹ ਦਾਤਾਂ ਤਾਂ ਬਹੁਤ ਛੋਟੀਆਂ। ਜੋ ਅਸਲ ਦਾਤ ਵਾਹਿਗੁਰੂ ਸਾਨੂੰ ਦੇ ਸਕਦਾ ਉਹ ਸ਼ਹਾਦਤ ਦੀ ਦਾਤ ਹੈ ਕਿ ਵਾਹਿਗੁਰੂ ਮੈਨੂੰ ਸ਼ਹੀਦ ਹੋਣ ਦਾ ਮੌਕਾ। ਇਸ ਸਪਿਰਿਟ ਨਾਲ ਜਸਵੰਤ ਸਿੰਘ ਖਾਲੜੇ ਨੇ ਸਾਰਾ ਕੁਝ ਚੱਲਿਆ ਸੀ। ਸੋ ਮੈਂ ਉੱਥੇ ਗੱਲ ਕਰ ਰਿਹਾ ਸੀ ਕਿ ਉਸ ਮੌਕੇ ਸਿੱਖਾਂ ਦੇ ਮਨ 'ਚ ਕੋਈ ਸ਼ੰਕਾ, ਕੋਈ ਦੁਬਿਧਾ ਨਹੀਂ ਸੀਗੀ, ਉਹ ਕੌਣ ਹੈ ਤੇ ਅਸੀਂ ਕੌਣ ਹਾਂ। ਜਦੋਂ 1984 'ਚ ਹਮਲਾ ਹੋਇਆ, ਇਤਿਹਾਸ 'ਚ ਪਹਿਲੀ ਵਾਰ ਇਹ ਗੱਲ ਬਣੀ ਹੈ ਵੀ ਦੁਸ਼ਮਣ ਨੂੰ ਵੀ ਦੋਸਤ ਸਮਝਣ ਲੱਗ ਗਏ ਕੁਝ ਸਿੱਖ। ਇਹ ਸਾਡੇ ਆਪਣੇ ਹੈ ਜੀ, ਖੁੱਲ੍ਹ ਕੇ ਕਹੀਆਂ ਲੋਕਾਂ ਨੇ ਗੱਲਾਂ। ਮੁਗਲ ਤਾਂ ਗੈਰ ਸੀ, ਉਹ ਤਾਂ ਬਾਹਰੋਂ ਆਏ ਸੀ, ਉਹ ਤਾਂ ਵਿਦੇਸ਼ੀ ਸੀ। ਇਹ ਤਾਂ ਸਾਡੇ ਆਪਣੇ ਨੇ, ਸਾਡਾ ਆਪਦਾ ਦੇਸ਼ ਹੈ, ਦੇਸ਼ ਆਜ਼ਾਦ ਹੈ, ਅਸੀਂ ਵੀ ਆਜ਼ਾਦ ਹਾਂ। ਇਹ ਛੋਟੀ ਗੱਲ ਨਹੀਂ ਸੀ। ਤੇ ਉਸੇ ਮਲਬੇ ਤੇ ਖੜ ਕੇ ਸਮਝੌਤੇ ਤੇ ਦਸਤਖਤ ਕੀਤੇ। ਬਿਲਕੁਲ ਹੀ ਅਪਮਾਨਜਨਕ ਸਮਝੌਤਾ। ਕੌਮ ਦੇ ਜਿਹੜੇ ਉਸ ਮੌਕੇ ਲੀਡਰ ਸੀਗੇ ਉਹਨਾਂ ਨੇ। ਆਹ ਫਰਕ ਤੁਸੀਂ ਜਿੰਨਾ ਚਿਰ ਨਹੀਂ ਸਮਝਾਂਗੇ, ਸਾਨੂੰ ਅਗਲੀ ਕਹਾਣੀ ਸਮਝ ਨਹੀਂ ਆਉਣੀ। ਕਿੱਡਾ ਵੱਡਾ ਹਿੱਸਾ ਮੈਂ ਉਦੋਂ ਦੇਖਿਆ। ਮੈਂ ਯੂਨੀਵਰਸਿਟੀਆਂ 'ਚ ਵੀ ਗਿਆ, ਮੈਂ ਵਿਦਵਾਨਾਂ ਨੂੰ ਮਿਲਿਆ, ਮੈਂ ਆਗੂਆਂ ਨੂੰ ਮਿਲਿਆ। ਬਹੁਤ ਸ਼ਰੇਆਮ ਬਹਿਸਾਂ ਕਰਦੇ ਸੀ ਮੇਰੇ ਨਾਲ ਬੰਦੇ ਵੀ ਗਲਤੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸੀ। ਉੱਥੇ ਬਹਿ ਕੇ ਲੜਨ ਦਾ ਕੀ ਮਤਲਬ? ਸਿੱਖ ਦੇ ਮਨ 'ਚ ਇਹ ਸਵਾਲ ਆ ਜੇ ਵੀ ਦਰਬਾਰ ਸਾਹਿਬ 'ਚ ਬਹਿ ਕੇ ਲੜਨ ਦਾ ਕੀ ਮਤਲਬ? ਸਿੱਖ ਨੂੰ ਤਾਂ ਕਦੇ ਵੀ ਕੋਈ ਦੁਬਿਧਾ ਨਹੀਂ ਸੀ ਦਰਬਾਰ ਸਾਹਿਬ ਕੀ ਹੈ।
ਉੱਥੋਂ ਹੀ ਤਾਂ ਲੜਨ ਦੀ ਉਹ ਸ਼ਕਤੀ ਲੈ ਕੇ ਜਾਂਦੇ ਸੀਗੇ। ਉੱਥੇ ਹੀ ਜੰਗਾਂ ਹੋਈਆਂ, ਜੰਗ ਦੇ ਕੇਂਦਰ ਬਣੇ ਤੇ ਕਿੰਨੀ ਵਾਰ ਢੱਠਾ, ਕਦੇ ਨਹੀਂ ਕਿਹਾ ਸਾਡਾ ਨੁਕਸਾਨ ਹੋ ਗਿਆ। ਮੁੜ ਕੇ ਫਿਰ ਉਸੇ ਜਜ਼ਬੇ ਨਾਲ ਫਿਰ ਉਹ ਸਾਰ ਲੈਂਦੇ ਸੀ, ਉਦੋਂ ਵੀ ਚੰਗਾ ਉਹ ਹਾਰਦੇ ਸੀ। ਇਹ ਪਹਿਲੀ ਵਾਰ ਹੋਇਆ, ਨੁਕਸਾਨ ਕਰਵਾਤਾ ਬੰਦੇ ਨੇ, ਇੱਕ ਬੰਦੇ ਨੇ ਸਾਰੀ ਕੌਮ ਦਾ ਨੁਕਸਾਨ ਕਰਵਾਤਾ। ਇਹ ਗੱਲ ਬਹੁਤ ਵੱਡੀ ਹੈ, ਇਹਨੂੰ ਧਿਆਨ ਨਾਲ ਸੁਣਿਓ। ਇਹ ਗਾਹਾਂ ਦੂਰ ਤੱਕ ਚੱਲੀ ਹੈ। ਜਿੱਦਾਂ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਝੁਲਾਇਆ ਨੌਜਵਾਨਾਂ ਨੇ, ਤੁਹਾਨੂੰ ਇੱਥੇ ਸਾਰਿਆਂ ਨੂੰ ਪਤਾ, ਦੀਪ ਸਿੱਧੂ ਨੂੰ ਕਿੰਨਾ ਲੋਕਾਂ ਨੇ ਕਿਹਾ ਇਹ ਗਦਾਰ ਹੈ, ਇਹ ਦੁਸ਼ਮਣ ਹੈ, ਇਹਨੇ ਢਾਹ ਲਾਤੀ, ਇਹਨੇ ਨੁਕਸਾਨ ਕਰਵਾਤਾ, ਭੱਠਾ ਬਿਠਾਤਾ ਸੰਘਰਸ਼ ਦਾ। ਨਿਸ਼ਾਨ ਸਾਹਿਬ ਝੁਲਾ ਕੇ ਭੱਠਾ ਬਿਠਾਤਾ। ਇਹ ਕੀ ਵਾਪਰ ਗਿਆ, ਇਹਨੂੰ ਸਮਝੋ। ਇਹ ਫਿਰ ਪੈਰ ਪੈਰ ਤੇ ਆਉਣਗੀਆਂ ਗੱਲਾਂ। ਉਸ ਮੌਕੇ ਦੀ ਸਿੱਖ ਦੀ ਸੁਰਤ ਤੇ ਉਹਦਾ ਜਜ਼ਬਾ ਤੇ ਅੱਜ ਦੀ ਇਹ ਜਿਹੜੀ ਸੁਰਤ ਹੈ। ਸੋ ਆਗੂਆਂ ਨੇ ਸਮਝੌਤਾ ਕੀਤਾ, ਉਹ ਸਭ ਕੁਝ ਮਾਫ ਕਰਤਾ ਉਹਨਾਂ ਨੂੰ। ਹਾਲਾਂਕਿ ਕੁਝ ਗੁਨਾਹ ਅਜਿਹੇ ਹੁੰਦੇ ਨੇ ਜਿਹੜੇ ਬਖਸ਼ੇ ਨਹੀਂ ਜਾ ਸਕਦੇ। ਆਪਾਂ ਕਹਿੰਦੇ ਹਾਂ ਨਾ, ਸਿੱਖ ਦਾ ਦਿਲ ਬਹੁਤ ਵੱਡਾ ਹੈ, ਇਹ ਤਾਂ ਵੱਡੇ ਵੱਡੇ ਗੁਨਾਹ ਬਖਸ਼ ਦਿੰਦਾ ਹੈ। ਜੇ ਵੱਡੇ ਵੱਡੇ ਗੁਨਾਹ ਬਖਸ਼ ਦਿੰਦਾ ਹੈ ਤਾਂ ਛੇਵੇਂ ਪਾਤਸ਼ਾਹ ਨੇ ਰਾਮ ਰਾਏ ਨੂੰ ਸਦਾ ਵਾਸਤੇ ਕਿਉਂ ਦੁਰਕਾਰਿਆ? ਕਿੰਨੇ ਬੰਦੇ ਵਿੱਚ ਵਿਚੋਲੇ ਪਏ ਵੀ ਗੁਰੂ ਸਾਹਿਬ ਚਲੋ ਜੋ ਹੋ ਗਈ ਹੋ ਗਈ, ਹੁਣ ਉਹ ਗਲਤੀ ਮੰਨਦਾ ਤੇ ਉਹਨੂੰ ਮਾਫ ਕਰ ਦਿਓ। ਉਹ ਕਹਿੰਦੇ ਸੀ ਨਹੀਂ, ਕੁਛ ਗੁਨਾਹ ਅਜਿਹੇ ਹੁੰਦੇ ਜਿਨ੍ਹਾਂ ਦੀ ਮਾਫੀ ਨਹੀਂ ਹੋ ਸਕਦੀ। ਇੱਥੇ ਬੂਟਾ ਸਿੰਘ ਨੂੰ ਜਿਹਨੇ ਮੁੜ ਕੇ ਅਕਾਲ ਤਖ਼ਤ ਤੋਂ ਉਸਾਰਿਆ ਸਰਕਾਰ ਦੀ ਸਹਾਇਤਾ ਨਾਲ, ਸਾਡੀ ਅਕਾਲ ਤਖ਼ਤ ਦੇ ਜਥੇਦਾਰ ਨੇ ਸਕਿੰਟਾਂ ਦੇ ਵਿੱਚ ਉਹਨੂੰ ਮਾਫ ਕਰਤਾ। ਕਿਸੇ ਕੌਮ ਤੋਂ ਕੋਈ ਰਾਏ ਨਹੀਂ ਲਈ, ਕਿਸੇ ਕੌਮ ਦੀ ਭਾਵਨਾ ਨੂੰ ਨਹੀਂ ਪਛਾਣਿਆ। ਇਹ ਗੱਲਾਂ ਛੋਟੀਆਂ ਨਹੀਂ ਜੋ ਵਾਪਰ ਰਹੀਆਂ। ਸੋ ਆਹ ਹਾਲਤ ਸੀ 84 ਉੱਤੇ ਜੰਗ ਤੋਂ ਬਾਅਦ। ਬਹੁਤ ਵੱਡਾ ਹਿੱਸਾ ਸੰਤਾਂ ਨੂੰ ਦੋਸ਼ੀ ਕਹਿ ਰਿਹਾ ਸੀ। ਇੱਕ ਬਹੁਤ ਵੱਡੀ ਸਾਡੀ ਧਾਰਮਿਕ ਹਸਤੀ ਅੱਜ ਵੀ ਹੈ, ਉਹ ਲੀਡਰਸ਼ਿਪ ਦੇ ਦਾਅਵੇਦਾਰ ਵੀ ਹੈ। ਉਹਨੇ ਇਹ ਸ਼ਬਦ ਕਹੇ ਸੀ ਕਿ ਇੱਕ ਬੰਦੇ ਨੇ ਸਾਰੀ ਕੌਮ ਨੂੰ ਉਬਲਦੇ ਕੜਾਹੇ 'ਚ ਸੁੱਟਤਾ। ਅਬਦੀ ਬੰਦਿਆਂ ਨੂੰ, ਅਬਦੇ ਨੇਕਾਂ ਨੂੰ ਤੁਸੀਂ ਦੋਸ਼ੀ ਬਣਾ ਕੇ ਕਟਹਿਰੇ 'ਚ ਖੜੇ ਕਰ ਦੇਣਾ ਆਪ ਹੀ, ਫਿਰ ਦੁਸ਼ਮਣ ਨੂੰ ਤਾਂ ਵਾਲਾ ਕਰਨ ਦੀ ਲੋੜ ਹੀ ਨਹੀਂ ਨਾ। ਇਹ ਦੀਪ ਸਿੱਧੂ ਬਾਰੇ ਐਵੇਂ ਨਹੀਂ ਸੀ ਹੋ ਗਿਆ, ਉਹਦੇ ਪਿੱਛੇ ਪਿਛੋਕੜ ਪਿਆ ਇੱਕ। ਹਾਲਾਂਕਿ ਮੈਂ ਦੀਪ ਸਿੱਧੂ ਦੀ ਤੁਲਨਾ ਨਹੀਂ ਕਰਦਾ ਸੰਤਾਂ ਨਾਲ, ਨਾ ਉਹ ਆਪ ਕਰਦਾ ਸੀ, ਪਰ ਹੋਈ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਸੀ। ਸੋ ਆ ਇੱਕ ਮਾਹੌਲ ਸੀ 84 ਤੋਂ ਬਾਅਦ, ਜਦੋਂ ਜਿਹੜੀ ਸਾਡੀ ਉਸ ਮੌਕੇ ਦੀ ਸਥਾਪਿਤ ਲੀਡਰਸ਼ਿਪ ਹੈ, ਜਿਹੜੇ ਸਾਡੇ ਸਥਾਪਿਤ ਵਿਦਵਾਨ ਹੈ, ਉਹਨਾਂ ਨੇ ਸਭ ਕੁਝ ਮਾਫ ਕਰਤਾ ਸੀ ਵੀ ਚਲੋ ਜੋ ਹੋ ਗਿਆ ਮਿੱਟੀ ਪਾਓ, ਅੱਗੇ ਵਧੀਏ। ਹੁਣ ਸੋ ਉਸ ਮੌਕੇ ਦੇ ਉੱਤੇ ਕੁਛ ਕੁ ਨੌਜਵਾਨਾਂ ਨੇ, ਉਦੋਂ ਤੁਹਾਨੂੰ ਤਾਂ ਬਾਅਦ ਦੇ ਵਿੱਚ ਤਾਂ ਖਾੜਕੂ ਲਹਿਰ ਬਹੁਤ ਵੱਡੀ ਬਣ ਗਈ ਨਾ, ਮੈਨੂੰ ਪਤਾ ਉਸ ਮੌਕੇ ਦੇ ਉੱਤੇ ਐਵੇਂ ਉਂਗਲਾਂ ਤੇ ਗਿਣਨ ਜੋਗੇ ਬੰਦੇ ਹੀ ਰਹਿ ਗਏ ਸੀ ਜਿਨ੍ਹਾਂ ਨੇ ਕਿਹਾ ਨਹੀਂ, ਇਹਦਾ ਜਵਾਬ ਦੇਣਾ ਹੈ ਬਸ। ਤੇ ਸੰਤ ਵੀ ਕਹਿ ਗਏ ਸੀ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਇੱਕ ਜਗਾ ਗਏ ਸੀ ਕੌਮ ਦੇ ਮਨਾਂ ਦੇ ਇੱਕ ਵਰਗ ਦੇ ਵਿੱਚ
एक गल कि ये गुनाह मुड़ के इनू भुलना नहीं, ना इनू माफ़ करना, ना ये भुलन योग है ना बख्शण योग है। सो उन्हें जिहड़ी हुण भाजी पाई है वो मोड़नी है, उन्हें उसकी कीमत चुकाउणी पैनी है। हुण अगले सोचते सी थोड़ी किन्नी क गिणती है, उहदे कोल इन्नियां फौजां है, नवीन हथियार है, की कर लोगे? फिर गलती करदे हो, न्याणिਆਂ वाली मत आ शब्द वरतदे सी बंदे, ये तो न्याणिਆਂ वाली मत है, किवें कर लोगे? शुरू कुछ बंदे ही करते होंदे, भीड़ां नहीं शुरू करदियां हुंदियां। जिहदी सुरत उच्ची हुंदी है ते निखरी हुंदी है ते निर्मल हुंदी है, जिहदे सामने कोई गर्ज नहीं, कोई लालच नहीं, कोई भै नहीं, वो अवस्था जिहड़ी गुरु लिव दे विच ना भै है ना किसी ना बैर है। दैट भी जंग लड़ रहे हैं पर कोई बैर दी संकीर्ण जी तंग जी सोच भी कोई नहीं, किसी नफरत चो जंग नहीं लड़ी जाती, एक वड्डे जज्बे चो जंग लड़ी जाती है। ये खूबसूरती सिख जंग दी यही है, इतिहास भी इस तरह ही होया है। सो वो कुछ रूहां ने इकट्ठे होके शुरुआत की, पहला बड़े छोटे छोटे जे कार्रवाइयां कीतियां, पर वही है जो चिणग जगा गए सी संत, वो पई तां सीगी, वो छोटे काफले वड्डे हुंदे गए, अखीर नूं एक वड्डा बहन बन गया। उदों बाद आपां नूं पता है 84 तो शुरू होया 95 तक पूरा एक दहाका, जिहड़ा कहंदे सीगे की कर लोगे, वो जिवें अपने पिंडां च मुहावरा ना किरा नानी चेते कराती सी, जो हुण लिख रहे हैं किताब दीयां गल्लां जिहड़ियां उन्हां दी खुफिया एजेंसियां दीयां रिपोर्ट है। 1990-91 च एक बार ये आ गया सी कि हुण खाड़कू लहर जित दे कंढे ते आ, बस रात नूं राज हुंदा सी, जंग च आई हुंदा पहला स्टेजां 18वीं सदी च भी आई सी, कदे ਸਿੰਘਾਂ ਦਾ जोर हुंदा सी, कदे हुकूमत ਦਾ हुंदा सी, ਉਹਦੇ ਵਿੱਚੋਂ ही फिर राज मिलिया सीगा जाके। जिहड़ी मुकम्मल जित एकदम नहीं मिलती हुंदी, पहला अंशक मिलती है छोटी छोटी थोड़ी थोड़ी करके। ये 90-91 च हालत बन गई सीगी कि वह दिन नूं ही वड्डी फोर्स नाल पिंडां च निकल सकदे सीगे, रात नूं किसी दी जरूरत नहीं सी पैंदी। हुण ये जिहड़ी गल सीगी उस मौके दे उत्ते बस एक चीज़ चाहिदी सी कि कोई कौमांतरी ताकत माड़ा जिहा हथ फड़दी आ के, क्योंकि जो कोई सल्तनतां टुटदियां नवें देश बनते ना, वो इदू बिना नहीं बनते। आपां भी देख लिया मुड़ के सारे इतिहास च किसी ना किसी ताकत की कौमांतरी दे आपदे हित मंग करते हैं, वो फिर वो दिलचस्पी लैंदा है, वो मदद करता है, वो आपदी गर्ज नूं करे भावें आई हुंदा हुंदा है, वो आपदी लोड़ चों कर रहे, असीं आपदी लोड़ चों लै रहे हैं। पर उस मौके किसी ने भी ये नहीं किया। पाकिस्तान बारे भी ये गलत साडे प्रभाव बनया होया कि बहुत मदद करता सी, हथियार कोई भी मुफ्त नहीं सी आए, किते भी बहुत महंगे आउंदे सी हथियार, बड़ा जोखम उठा के सरहदां पार करनियां पैंदियां सी। हुण भाई दलजीत सिंह की किताब आई है खाड़कू संघर्ष की साखी, वो तुसीं पढ़ के देखो, सरहदां लंघण दे विच ही किन्ने बंदे जिहड़े उन्हां दी सहायता करते सी, जिन्हों पांडी कहंदे सी, वो किन्ने मारे गए, बाकी बंदे किन्ने शहीद हो गए। उत्थे खुल के मदद कीती हुंदी तां जित हो चली सी।
सो इस करके ਉਹਦੇ 'ਚ ਹੁਣ ਕੀ ਹੋਇਆ, ਇਹ ਜਿਹੜੇ ਸਾਡੇ ਮਨਾਂ 'ਚ ਇਹੀਆਂ ਗੱਲਾਂ ਸ਼ੰਕੇ ਸਵਾਲ ਖੜੇ ਹੋ ਗਏ। ਮੈਂ ਕਿਹਾ ਨਾ 18ਵੀਂ ਸਦੀ 'ਚ ਸਿੰਘਾਂ ਲੜਦਿਆਂ ਨੂੰ ਕੌਮ ਦੀ ਪੂਰਨ ਸਪੋਰਟ ਹੁੰਦੀ ਸੀ। ਕਦੇ ਦੇਖਿਆ ਕੋਈ ਸਿੱਖ ਹਕੂਮਤ ਦਾ ਸੰਦ ਬਣਿਆ ਹੋਵੇ? ਕੋਈ ਵੀ। ਈਵਨ ਜਿਹੜੇ ਹਕੂਮਤ ਦੀ ਨੌਕਰੀ ਵੀ ਕਰਦੇ ਸੀ, ਜਿਹਨੂੰ ਉਦੋਂ ਉਹ ਮਿਲਵਰਤਨੀਏ ਕਹਿੰਦੇ ਸੀ, ਉਹਨਾਂ ਦਾ ਜਿੰਨੀ ਕੁ ਫੌ ਪੈਂਦਾ ਸੀ, ਜਿੰਨੀ ਕੁ ਬਾਹ ਚੱਲਦੀ ਸੀ, ਉਹ ਸਿੰਘਾਂ ਦੀ ਮਦਦ ਹੀ ਕਰਦੇ ਸੀ, ਉਹਨਾਂ ਦੇ ਖਿਲਾਫ ਨਹੀਂ ਸੀ ਭੁਗਤਦੇ ਕਿਤੇ। ਜਿਹਨੂੰ ਕਹਿੰਦੇ ਨੇ ਕੁਹਾੜੇ ਦਾ ਦਸਤਾ ਨਹੀਂ ਸੀ ਬਣਦੇ ਦੁਸ਼ਮਣ ਦੇ ਦਾ। 18ਵੀਂ ਸਦੀ ਦਾ ਸਾਰਾ ਇਤਿਹਾਸ ਪੜ੍ਹ ਲਓ, ਕੋਈ ਇੱਕ ਸਿੱਖ ਉਹਨਾਂ ਮੁਹਿੰਮਾਂ ਦੇ ਵਿੱਚ ਚੜ੍ਹਿਆ ਹੋਵੇ ਸਿੱਖਾਂ ਦੇ ਖਿਲਾਫ, ਇੱਕ ਵੀ। ਕਿਸੇ ਇੱਕ ਸਿੱਖ ਨੇ ਗਦਾਰੀ ਕਰਕੇ ਦੂਜੇ ਨੂੰ ਫੜਾ ਕੇ ਜਾਂ ਜ਼ੁਲਮ ਕਰਵਾ ਕੇ ਗੌਰਮੈਂਟ ਤੋਂ ਕੁਛ ਲਿਆ ਹੋਵੇ, ਉਦੋਂ ਇਹ ਗੱਲ ਨਹੀਂ ਸੀ। ਆਹ ਤਾਂ ਪਹਿਲੀ ਵਾਰ ਹੋਇਆ ਵੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਸਤੇ ਸਿੱਖ ਜਰਨੈਲ ਅਗਵਾਈ ਕਰ ਰਹੇ। ਇਹ ਕੀ ਵਾਪਰ ਗਿਆ? ਬਸ ਮੈਂ ਟਾਈਮ ਬਹੁਤ ਥੋੜ੍ਹਾ, 2-4 ਮਿੰਟ ਹੀ ਹੈ। ਮੈਂ ਬਹੁਤ ਸੰਖੇਪ 'ਚ ਇਹ ਗੱਲ ਕਹਿਣੀ ਚਾਹੁੰਦਾ। ਮੰਨ ਲਵੋ ਇੰਦਰਾ ਗਾਂਧੀ ਨੇ ਜਨਰਲ ਬਰਾੜ ਨੂੰ ਇਹ ਗੱਲ ਕਹੀ ਹੁੰਦੀ ਕਿ ਹਿੰਦੂ ਧਰਮ ਖਤਰੇ 'ਚ ਹੈ, ਇਸ ਕਰਕੇ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਜ਼ਰੂਰੀ ਹੈ, ਉਹ ਮੰਨ ਜਾਂਦਾ ਵੀ ਮੈਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਦਰਬਾਰ ਸਾਹਿਬ 'ਤੇ ਹਮਲਾ ਕਰਾਂ? ਇਹ ਨਹੀਂ ਕਿਹਾ ਉਹਨੇ। ਉਹਨੇ ਕਿਹਾ ਸੀ ਦੇਸ਼ ਖਤਰੇ 'ਚ ਹੈ। ਭਾਸ਼ਾ ਬਦਲ ਗਈ, ਪੈਂਤੜਾ ਬਦਲ ਗਿਆ, ਉਹ ਪੈਂਤੜੇ ਨੇ ਸੁੱਟ ਲਏ ਬੰਦੇ। ਇੱਕ ਵੀ ਸਿੱਖ ਫੌਜੀ ਨੇ ਤੁਰਨਾ ਨਹੀਂ ਸੀ ਜੇ ਇਹ ਕਹਿੰਦੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਹਮਲਾ ਕਰੋ। ਆ ਕੁੰਡੀ ਸਮਝੋ, ਮਤਲਬ ਦੇਸ਼ ਭਗਤੀ ਦੇ ਨਾਂ 'ਤੇ ਬੰਦੇ ਕਿੱਡੇ ਕਿੱਡੇ ਜੁਰਮ ਕਰਨ ਲਈ ਤਿਆਰ ਹੋ ਜਾਂਦੇ। ਇਹਦੇ ਵਾਸਤੇ ਉਹਨਾਂ ਨੇ ਲੰਮਾ ਚਿਰ ਕੰਮ ਕੀਤਾ ਹੈ। ਅਸੀਂ ਪਹਿਲੀ ਜਮਾਤ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਜੋ ਪੜ੍ਹਾਈ ਕਰਦੇ ਹਾਂ, ਇਹ ਜ਼ਹਿਰ ਉਦੋਂ ਇੰਜੈਕਟ ਕੀਤੀ ਜਾਂਦੀ ਹੈ। ਇਸ ਕਰਕੇ ਅੱਜ ਜੋ ਰਿਜ਼ਲਟ ਆਇਆ ਚੋਣਾਂ ਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਹੈ, ਉਹਦੇ ਬਹੁਤ ਵੱਡੇ ਅਰਥ। ਕੱਲ੍ਹ ਨੂੰ ਭਾਈ ਮਾਨ ਕੁਛ ਕਰ ਸਕੇ ਨਾ ਕਰ ਸਕੇ, ਕਿਉਂਕਿ ਇੱਕ ਇਹੀ ਜਿਹੀ ਪਾਰਟੀ, ਇਹੀ ਜਿਹੀ ਤਾਕਤ ਉੱਥੇ ਹਕੂਮਤ 'ਚ ਆ ਗਈ ਸੀ ਜਿਹਦੀ ਕਿਸੇ ਵੀ ਭਾਸ਼ਾ 'ਚੋਂ ਸਿੱਖ ਸੈਂਟੀਮੈਂਟ ਗਾਇਬ ਸੀ। ਉਹ ਕਦੇ 84 ਦੀ ਗੱਲ ਨਹੀਂ ਸੀ ਕਰਦੇ, ਕਦੇ ਹਮਲੇ ਦੀ ਗੱਲ ਨਹੀਂ ਸੀ ਕਰਦੇ, ਕਦੇ ਸੰਤਾਂ ਦਾ ਨਾਮ ਨਹੀਂ ਸੀ ਲੈ ਸਕਦੇ। ਉਹ ਬੰਦੇ ਉਹ ਬੋਲੇ 100 ਨਿਹਾਲ ਨਹੀਂ ਸੀ ਕਹਿੰਦੇ, ਬੰਦੇ ਮਾਤਰਮ ਵਾਲੇ ਬੰਦੇ ਸੀ। ਉਹ ਇੱਕ ਵੀ ਨਿਸ਼ਾਨ ਸਾਹਿਬ ਕਿਤੇ ਉਹਨਾਂ ਦੀ ਕਾਨਫਰੰਸ 'ਚ ਦੇਖਿਆ ਹੋਵੇ, ਉੱਥੇ ਤਿਰੰਗੇ ਝੂਲਦੇ ਸੀ, ਉੱਥੇ ਜਨਗਣ ਮਨ ਗਾਈ ਜਾਂਦੀ ਸੀ। ਤੇ ਜਿੱਡੀ ਵੱਡੀ ਜਿੱਤ ਕੀਤੀ, ਸਿੱਖਾਂ ਨੇ ਵੋਟਾਂ ਪਾਈਆਂ 3 ਮਹੀਨੇ ਪਹਿਲਾਂ, 92 ਬੰਦੇ ਜਿਤਾ ਦੇਣੇ, ਜਿਹੜੇ ਕਿਤੇ ਪੰਜਾਬ ਦੇ ਦਰਦ ਦੀ ਗੱਲ ਹੀ ਨਹੀਂ ਕਰ ਰਹੇ, ਸੜਕਾਂ ਦੀ, ਹਸਪਤਾਲਾਂ ਦੀ, ਸਕੂਲਾਂ ਦੀਆਂ ਗੱਲਾਂ ਕਰ ਰਹੇ, ਜਿਵੇਂ ਚੌਕਲੇਟ ਦੇ ਕੇ ਬੱਚਿਆਂ ਨੂੰ ਬਰਿਆਈ ਦਾ ਹੁੰਦਾ ਹੈ। ਉਹ ਬੰਦਿਆਂ ਨੂੰ ਇੰਨੀ ਸਿੱਖਾਂ ਨੇ ਵੋਟ ਪਾ ਦੇਣੀ, ਇਹ ਸੋਚਣ ਵਾਲੀ ਗੱਲ। ਸਾਨੂੰ ਕੀ ਹੋ ਗਿਆ? ਸੋ ਉਸ ਨੂੰ ਉਖੇੜ ਦੇਣਾ ਇਸ ਇਲੈਕਸ਼ਨ 'ਚ, ਇਹ ਬਹੁਤ ਵੱਡੀ ਗੱਲ ਹੋਈ ਹੈ। ਇਹਦੇ ਜਸ਼ਨ ਮਨਾਉਣੇ ਚਾਹੀਦੇ। ਤੇ ਇਸ ਜਿੱਤ ਦੇ ਵਿੱਚ ਦੀਪ ਸਿੱਧੂ ਦਾ ਬਹੁਤ ਵੱਡਾ ਹੱਥ। ਵਿਧਾਨ ਸਭਾ ਇਲੈਕਸ਼ਨ ਵੇਲੇ ਜੇ ਉਹ ਅਮਰਗੜ੍ਹ ਸਰਦਾਰ ਮਾਨ ਦੀ ਮਦਦ 'ਚ ਨਾ ਗਿਆ ਹੁੰਦਾ ਤਾਂ ਉਸੇ ਮਾਨ ਸਾਹਿਬ ਦੀਆਂ ਜ਼ਮਾਨਤਾਂ ਵਾਰ-ਵਾਰ ਜ਼ਬਤ ਹੋ ਰਹੀਆਂ ਸੀ। ਉਹਨੇ ਜਾ ਕੇ ਇੱਕਦਮ ਮਾਹੌਲ ਬਦਲਿਆ। ਸੋ ਦੀਪ ਸਿੱਧੂ ਤੇ ਮੁੜ ਕੇ ਸਿੱਧੂ ਮੂਸੇਵਾਲਾ, ਜਿਹੜੇ ਦੇਖਣ ਨੂੰ ਕਿਤੇ ਵੀ ਸਿੱਖ ਨਹੀਂ ਲੱਗਦੇ,
ਵਾਹਿਗੁਰੂ ਦੀ ਕਲਾ ਕਿਵੇਂ ਵਾਪਰਦੀ ਹੈ, ਬਖਸ਼ਿਸ਼ ਕਿਵੇਂ ਹੁੰਦੀ ਹੈ, ਅਸੀਂ ਨਹੀਂ ਜਾਣ ਸਕਦੇ। ਅਸੀਂ ਤਾਂ ਮਨ 'ਚ ਪੱਕੀਆਂ ਜੀਆਂ ਕਠੋਰ ਜੀਆਂ ਧਾਰਨਾਵਾਂ ਫਾਰਮੂਲੇ ਜਿਹੇ ਬਣਾ ਕੇ ਚੱਲਣ ਵਾਲੇ ਹਾਂ। ਦੀਪ ਸਿੱਧੂ ਦੇ ਸਰੂਪ ਸੀ ਜਾਂ ਨਹੀਂ ਸੀ, ਉਹਨੇ ਕਿੰਨੇ ਮੁੰਡਿਆਂ ਦੇ ਮਨਾਂ 'ਚ ਉਹ ਜਾਗ ਲਾਈ, ਉਹ ਸਿੱਖ ਬਣੇ, ਦੁਮਾਲੇ ਸਜੇ। ਸੋ ਆਹ ਗੱਲ ਹੈ ਜਿਹੜੀ ਹੁਣ ਸਮਾਂ ਨਹੀਂ ਬਹੁਤਾ, ਇਸ ਜਿੱਤ ਨੂੰ ਸਿਰਫ ਮਾਨ ਸਾਹਿਬ ਦੀ ਜਿੱਤ ਤੱਕ ਨਾ ਦੇਖੋ। ਉਹ ਤਾਂ ਇੱਕ ਬਹਾਨਾ ਬਣਨਾ ਹੁੰਦਾ, ਇੱਕ ਸੰਦ ਬਣਨਾ ਹੁੰਦਾ। ਇਹ ਜਿੱਤ ਪੰਥ ਦੀ ਜਿੱਤ ਹੈ। ਇਹ ਜੋ ਖਤਰਾ ਵੱਡਾ ਖੜਾ ਹੋ ਗਿਆ ਸੀ ਕਿ ਇਸੇ ਯਾਰ ਪੰਜਾਬ ਦੀ ਧਰਤੀ ਤੇ ਇਹੀ ਜੀ ਤਾਕਤ ਆ ਕੇ ਰਾਜ ਕਰਦੇ, ਤੇ ਸਾਡੇ ਮਨਾਂ 'ਚੋਂ ਤਾਂ ਉਹਨਾਂ ਨੇ ਭੁਲਾ ਹੀ ਦੇਣਾ ਸੀ ਸਭ ਕੁਛ। ਵੀ ਕਿਹੜਾ ਸੰਤ ਭਿੰਡਰਾਂ ਵਾਲਾ ਤੇ ਕਿਹੜਾ ਦਰਬਾਰ ਸਾਹਿਬ ਤੇ ਹਮਲਾ। ਗੱਲ ਸਕੂਲਾਂ ਦੀ ਕਰੋ, ਸਕੂਲ ਵਧੀਆ ਹੋਣ ਜੀ, ਡਿਸਪੈਂਸਰੀਆਂ ਖੋਲ੍ਹੋ ਜੀ, ਮੁਹੱਲਿਆਂ ਦੇ ਵਿੱਚ ਕਲੀਨਿਕ ਖੋਲ੍ਹੋ। ਉਹ ਬਹੁਤ ਛੋਟੀਆਂ ਗੱਲਾਂ ਹੈ। ਐਡੀ ਵੱਡੀ ਗੱਲ ਖਤਮ ਕਰਕੇ ਸਾਡੀ ਉਹ ਤੁਹਾਨੂੰ ਦੇ ਵੀ ਦੇਣ ਸਕੂਲ ਕਾਲਜ, ਉਹ ਕੀ ਹੈ? ਆ ਜਿੱਤ ਦੇ ਅੱਜ ਅਰਥ ਨੂੰ। ਸੋ ਸਮਾਂ ਹੋ ਗਿਆ, ਪ੍ਰਸੰਗ ਤਾਂ ਬਹੁਤ ਲੰਬਾ ਸੀ ਤੇ ਪਰ ਹੁਣ ਸਮੇਂ ਦੀ ਮਜਬੂਰੀ ਹੈ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਕਦੇ ਫਿਰ ਮੌਕਾ ਮਿਲਿਆ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।